जीके कैनेडा व्लॉग्स देख रहे ਸਾਰੇ ਦਰਸ਼ਕਾਂ ਦਾ ਫਿਰ ਤੋਂ ਬਹੁਤ ਸਵਾਗਤ। ਬਹੁਤ ਦਰਸ਼ਕਾਂ ਨੇ ਮੈਨੂੰ ਇੰਸਟਾਗ੍ਰam ਤੇ ਡੀਐਮ ਕੀਤਾ ਕਿ ਮੈਂ ਆਪਣੇ ਕੋਰਸ ਤੇ ਆਪਣੀ ਫੀਲਡ ਜੌਬ ਤੇ ਵੀਡੀਓ ਬਣਾਵਾਂ। ਬਹੁਤ ਸਟੂਡੈਂਟਸ ਆਫਿਸ ਐਡਮਿਨਿਸਟ੍ਰੇਸ਼ਨ ਹੈਲਥ ਸਰਵਿਸਿਜ਼ ਦਾ ਕੋਰਸ ਲੈਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੋਰਸ ਵਿੱਚ ਕੀ ਕੋਰਸ ਵਰਕ ਆ ਤੇ ਕੀ ਬਾਅਦ ਵਿੱਚ ਜੌਬ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ ਇੱਕ ਆਫਿਸ ਐਡਮਿਨਿਸਟ੍ਰੇਟਰ ਦੀਆਂ। ਅੱਜ ਦੀ ਆਪਣੀ ਵੀਡੀਓ ਡੀਟੇਲ 'ਚ ਮੇਰੇ ਕੋਰਸ ਬਾਰੇ ਤੇ ਮੇਰੇ ਵਰਕ ਐਕਸਪੀਰੀਅੰਸ ਬਾਰੇ ਆ ਤੇ ਇਸ ਵੀਡੀਓ ਵਿੱਚ ਆਪਾਂ ਹਰ ਚੀਜ਼ ਕਵਰ ਕਰਾਂਗੇ ਆਫਿਸ ਐਡਮਿਨਿਸਟ੍ਰੇਸ਼ਨ ਹੈਲਥ ਸਰਵਿਸਿਜ਼ ਬਾਰੇ, ਕੋਰਸ ਚੂਜ਼ ਕਰਨ ਤੋਂ ਲੈ ਕੇ ਵਰਕ ਤੇ ਆਉਣ ਤੱਕ। ਮੈਂ ਆਪਣੀ +2 ਮੈਡੀਕਲ ਸਟਰੀਮ ਵਿੱਚੋਂ ਪੂਰੀ ਕੀਤੀ ਤੇ ਉਸ ਤੋਂ ਬਾਅਦ ਮੈਂ ਆਇਲਟਸ ਕਰਕੇ ਇੱਕ ਵਧੀਆ ਕੰਸਲਟੈਂਟ ਲੱਭਣਾ ਸ਼ੁਰੂ ਕੀਤਾ। ਤਾਂ ਮੈਨੂੰ ਪਤਾ ਚੱਲਿਆ ਕਿ ਚੰਡੀਗੜ੍ਹ ਵਿੱਚ ਕੈਨਮ ਵਾਲੇ ਬਹੁਤ ਵਧੀਆ ਨੇ, ਆਈ ਥਿੰਕ ਉਹ 17D ਸੈਕਟਰ 'ਚ ਨੇ, ਬਹੁਤ ਵਧੀਆ ਕੰਸਲਟੈਂਟ ਨੇ ਤੇ ਮੈਨੂੰ ਉਹਨਾਂ ਦੀ ਸਰਵਿਸ ਵੀ ਬਹੁਤ ਚੰਗੀ ਲੱਗੀ ਸੀ। ਤਾਂ ਮੈਂ ਉਹਨਾਂ ਕੋਲ ਗਈ ਤੇ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਕਿਵੇਂ ਦੇ ਕੋਰਸਿਸ ਮਿਲ ਸਕਦੇ ਨੇ ਜਾਂ ਮੈਂ ਕੀ ਕੋਰਸ ਲੈ ਕੇ ਜਾਵਾਂ, ਡਿਗਰੀ ਲੈ ਕੇ ਜਾਵਾਂ ਜਾਂ ਕੋਰਸ ਲੈ ਕੇ ਜਾਵਾਂ। ਕਾਫੀ ਕਨਫਿਊਜ਼ਨ ਸੀ ਮੈਨੂੰ ਉਸ ਟਾਈਮ, ਪਰ ਉਹਨਾਂ ਨੇ ਮੈਨੂੰ ਆਪਸ਼ਨ ਦਿੱਤੇ ਕਾਫੀ ਤਰ੍ਹਾਂ ਦੇ, ਜਿਵੇਂ ਕਿ ਫਿਟਨੈਸ ਮੈਨੇਜਮੈਂਟ, ਬੈਚਲਰਸ ਇਨ ਸਾਇੰਸ, ਡਿਪਲੋਮਾ ਇਨ ਨਿਊਟ੍ਰੀਸ਼ਨ, ਡਿਪਲੋਮਾ ਇਨ ਕੈਨੀਜ਼ੀਓਲੋਜੀ, ਐਵੇਂ ਦੇ ਮੈਨੂੰ ਬਹੁਤ ਸਾਰੇ ਆਪਸ਼ਨਸ ਮੇਰੇ ਕੰਸਲਟੈਂਟ ਨੇ ਦਿੱਤੇ। ਤਾਂ ਇਸ ਤੋਂ ਬਾਅਦ ਮੈਂ ਆਪਣੇ ਘਰ ਗਈ ਤਾਂ ਮੈਂ ਕੁਛ ਰਿਸਰਚ ਵਗੈਰਾ ਕਰਨੀ ਸ਼ੁਰੂ ਕੀਤੀ ਇਸ ਚੀਜ਼ 'ਤੇ। ਮੈਂ ਦੇਖਿਆ ਕਿ ਕਿਹੜੀ ਚੀਜ਼ ਬੈਟਰ ਰਹੂਗੀ, ਕਿਹੜੇ ਕੋਰਸਿਸ ਮੈਡੀਕਲ ਫੀਲਡ 'ਚ ਬੰਦਾ ਲੈ ਸਕਦਾ। ਕਾਫੀ ਰਿਸਰਚ ਵਗੈਰਾ ਕਰਨ ਤੋਂ ਬਾਅਦ ਮੈਨੂੰ ਆਫਿਸ ਐਡਮਿਨਿਸਟ੍ਰੇਸ਼ਨ ਹੈਲਥ ਸਰਵਿਸਿਜ਼ ਦਾ ਪਤਾ ਚੱਲਿਆ ਸੀ ਇੰਟਰਨੈਟ ਤੋਂ ਹੀ। ਤਾਂ ਮੈਂ ਆਪਣੀ ਕੰਸਲਟੈਂਟ ਨੂੰ ਕਿਹਾ ਸੀ ਕਿ ਮੇਰੇ ਲਈ ਇਹੀ ਮੈਨੂੰ ਕੋਰਸ ਚਾਹੀਦਾ ਆਫਿਸ ਐਡਮਿਨਿਸਟ੍ਰੇਸ਼ਨ ਹੈਲਥ ਸਰਵਿਸਿਜ਼ ਦਾ, ਕਿ ਤੁਸੀਂ ਮੈਨੂੰ 2 ਸਾਲ ਦਾ ਇਹ ਕੋਰਸ ਲੱਭ ਕੇ ਦਿਓ ਕਿਸੇ ਕਾਲਜ ਵਿੱਚ। ਤਾਂ ਉਹਨਾਂ ਨੇ ਮੇਰਾ ਕਾਫੀ ਕਾਲਜਿਸ 'ਚ ਅਪਲਾਈ ਕੀਤਾ ਸੀ ਆਈ ਥਿੰਕ, ਪਰ ਬੈਸਟ ਮੈਨੂੰ ਪਤਾ ਸੀ ਕਿ ਸੈਂਟੇਨੀਅਲ ਕਾਲਜ ਕਾਫੀ ਅੱਛਾ ਕਾਲਜ ਆ। ਤਾਂ ਮੈਂ ਜਿੰਨੇ ਵੀ ਮੇਰੇ ਕੋਲ ਆਫਰ ਲੈਟਰ ਆਏ ਉਹਨਾਂ ਵਿੱਚੋਂ ਮੈਂ ਸੈਂਟੇਨੀਅਲ ਕਾਲਜ ਵਿੱਚ ਆਫਿਸ ਐਡਮਿਨਿਸਟ੍ਰੇਸ਼ਨ ਹੈਲਥ ਸਰਵਿਸਿਜ਼ ਦਾ ਕੋਰਸ ਲੈ ਕੇ ਜਾਣਾ ਚੂਜ਼ ਕੀਤਾ। ਮੈਂ ਦਸੰਬਰ 2017 ਵਿੱਚ ਕੈਨੇਡਾ ਆਈ ਸੀ ਤੇ ਜਨਵਰੀ 2018 ਤੋਂ ਮੇਰੀ ਕਲਾਸਿਸ ਸਟਾਰਟ ਸੀਗੀਆਂ। ਕੋਰਸ ਸੀ 2 ਸਾਲਾਂ ਦਾ, ਜਿਹਦਾ ਮਤਲਬ ਕਿ 4 ਸਮੈਸਟਰ ਟੋਟਲ ਸੀਗੇ। ਜੇ ਤੁਸੀਂ ਚਾਹੋ ਵਿਦਆਊਟ ਐਨੀ ਡ੍ਰੌਪ ਤੁਸੀਂ 2 ਸਾਲ ਦੇ ਕੋਰਸ ਨੂੰ ਸਿਰਫ 16 ਮਹੀਨਿਆਂ 'ਚ ਪੂਰਾ ਕਰ ਸਕਦੇ ਹੋ। ਤੇ ਨਾਲ ਹੀ ਸਾਰਿਆਂ ਨਾਲੋਂ ਵਧੀਆ ਗੱਲ ਸੀ ਕਿ ਮੇਰੇ ਕੋਰਸ 'ਚ ਕੋਅਪ ਸੀਗੀ, ਜਿਹਦਾ ਕਿ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ। ਤੇ ਮੈਂ ਆਪਣੀ ਹਰ ਵੀਡੀਓ 'ਚ ਇਹ ਗੱਲ ਬਾਰ-ਬਾਰ ਕਹਿੰਦੀ ਹੁੰਦੀ ਹਾਂ ਕਿ ਜੇ ਹੋ ਸਕਦਾ ਤਾਂ ਕੋਅਪ ਵਾਲਾ ਕੋਰਸ ਲੈ ਕੇ ਆਓ ਜਿਹਦੇ ਵਿੱਚ ਕੋਅਪ ਹੋਵੇ। ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣੇ ਕਾਲਜ ਦੀ ਵੈਬਸਾਈਟ ਖੋਲ੍ਹ ਕੇ ਆਪਣੇ ਕੋਰਸ ਦੀ ਵੈਬਸਾਈਟ ਖੋਲ੍ਹੀ ਆ ਤੇ ਇਹਦੇ ਵਿੱਚ ਆਪਾਂ ਡੀਟੇਲ 'ਚ ਕੱਲੀ ਚੀਜ਼ ਕਵਰ ਕਰਾਂਗੇ। ਸਾਰਿਆਂ ਨਾਲੋਂ ਪਹਿਲਾਂ ਤਾਂ ਦੇਖੋ, ਜੇ ਆਪਾਂ ਆਊਟਲਾਈਨ 'ਚ ਦੇਖੀਏ ਤਾਂ ਜਿਹੜਾ ਕੋਰਸ ਆ ਉਹ ਸਕੂਲ ਆਫ ਬਿਜ਼ਨਸ ਦੇ ਅੰਡਰ ਆਉਂਦਾ, ਸਕੂਲ ਆਫ ਮੈਡੀਸਿਨ ਦੇ ਅੰਡਰ ਨਹੀਂ ਆਉਂਦਾ, ਕਿਉਂਕਿ ਜਿਹੜਾ ਆਫਿਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਆ ਸਪੈਸ਼ਲੀ ਹੈਲਥ ਸਰਵਿਸਿਜ਼ ਦਾ, ਇਹ ਇਕੱਲਾ ਸਿਰਫ ਮੈਡੀਸਿਨ ਬਾਰੇ ਜਾਂ ਇਕੱਲਾ ਹੈਲਥ ਬਾਰੇ ਨਹੀਂ ਹੈਗਾ। ਇਹ ਹੋਰ ਵੀ ਬਹੁਤ ਚੀਜ਼ਾਂ ਕਵਰ ਕਰਦਾ, ਜਿਵੇਂ ਕਿਸੇ ਇੰਸਟੀਚਿਊਟ ਦੇ ਫਾਈਨੈਂਸਿਸ ਨੂੰ ਪੜ੍ਹਨਾ ਜਾਂ ਕਿਸੇ ਪੋਲਿਸੀ ਨੂੰ ਲਾਗੂ ਕਰਨਾ ਕਿਸੇ ਹਸਪੀਟਲ ਜਾਂ ਕਲੀਨਿਕ ਵਿੱਚ। ਸੋ ਉਹ ਸਾਰੀ ਚੀਜ਼ਾਂ ਵੀ ਕਵਰ ਹੁੰਦੀਆਂ ਨੇ, ਜਿਹਦੇ ਕਰਕੇ ਇਹਨੂੰ ਸਕੂਲ ਆਫ ਬਿਜ਼ਨਸ 'ਚ ਪਾਇਆ ਗਿਆ। ਕਾਫੀ ਮੈਡੀਕਲ ਸਟੂਡੈਂਟਸ ਇਹ ਚੀਜ਼ ਸੁਣ ਕੇ ਡਰ ਜਾਂਦੇ ਨੇ ਕਿ ਓਕੇ ਮੈਥਸ ਆ, ਬਟ ਜਿਹੜਾ ਇਹ ਮੈਥਸ ਆ, ਜਿਹੜਾ ਫਾਈਨੈਂਸ਼ੀਅਲ ਮੈਥ ਆ, ਇੱਕ ਤਾਂ ਇਹ ਬਹੁਤ ਇੰਟਰਸਟਿੰਗ ਆ, ਨੌਲੇਜ ਬਹੁਤ ਮਿਲਦੀ ਆ ਬੰਦੇ ਨੂੰ, ਪਲੱਸ ਇਹ ਉਨੀ ਔਖੀ ਨਹੀਂ ਹੈਗੀ ਜਿਵੇਂ ਦੀ ਆਮ ਮੈਥਸ ਹੁੰਦੀ ਆ। ਕੋਰਸ ਦੀ ਅਵੇਲੇਬਿਲਿਟੀ ਬਹੁਤ ਆ, ਤੁਸੀਂ ਜੈਨ ਇਨਟੇਕ ਲੈ ਲਓ, ਤੁਸੀਂ ਸੈਪਟੈਂਬਰ ਇਨਟੇਕ ਲੈ ਲਓ, ਅਵੇਲੇਬਿਲਿਟੀ ਬਹੁਤ ਜ਼ਿਆਦਾ ਆ। ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਪਤਾ ਨਹੀਂ ਹੈ ਇਸ ਕੋਰਸ ਬਾਰੇ। ਈਵਨ ਕਿ ਮੇਰੇ ਟਾਈਮ 'ਚ ਵੀ ਜਦੋਂ ਮੈਂ ਇਹ ਕੋਰਸ 'ਚ ਸੀ ਤਾਂ ਮੇਰੀ ਜਿਹੜੀ ਬੈਚ ਦੇ ਸਟੂਡੈਂਟਸ ਸੀਗੇ, ਮੋਸਟ ਆਫ ਦੀ ਸਟੂਡੈਂਟਸ ਇੱਧਰਲੇ ਹੀ ਸੀਗੇ, ਇੰਡੀਅਨ ਬਹੁਤ ਘੱਟ ਸੀਗੇ। ਜਿਵੇਂ ਕਹਿ ਲਈਏ ਕੋਈ ਅਸੀਂ ਸ਼ਾਇਦ 12-13 ਕੁ ਜਣੇ ਇੰਡੀਅਨ ਸੀਗੇ ਸਾਡੇ ਬੈਚ ਵਿੱਚ, ਬਾਕੀ ਸਾਰੇ ਜਿਵੇਂ ਆਪਣੇ ਕੈਨੇਡੀਅਨ ਸੀਗੇ ਹੈ ਨਾ, ਜਾਂ ਕੋਈ ਹੋਰ ਕੰਟਰੀਜ਼ ਤੋਂ ਆਏ ਹੋਏ ਲੋਕ ਸੀਗੇ। ਆਪਣੇ ਲੋਕਾਂ ਨੂੰ ਇਹ ਕੋਰਸ ਬਾਰੇ ਬਹੁਤ ਘੱਟ ਪਤਾ, ਜਿਨ੍ਹਾਂ ਨੂੰ ਪਤਾ ਵੀ ਆ ਤਾਂ ਉਹ ਐਵੇਂ ਕਨਫਿਊਜ਼ ਹੋ ਜਾਂਦੇ ਨੇ ਕਿ ਬਾਅਦ ਵਿੱਚ ਕੀ ਜੌਬ ਹੋਊਗੀ, ਕੀ ਰਿਸਪੌਂਸਿਬਿਲਿਟੀਜ਼ ਹੋਣਗੀਆਂ, ਤਾਂ ਉਹਦੇ ਕਰਕੇ ਲੋਕ ਕੋਰਸ ਲੈਂਦੇ ਹੀ ਨਹੀਂਗੇ। ਹੁਣ ਜੇ ਆਪਾਂ ਕੋਰਸ ਦੀ ਆਊਟਲਾਈਨ ਵਿੱਚ ਅੱਗੇ ਦੇਖੀਏ ਤਾਂ ਇਹਨਾਂ ਨੇ ਇੱਥੇ ਦੱਸਿਆ ਕਿ ਕੀ ਸਕਿੱਲਸ ਤੁਹਾਨੂੰ ਕੋਰਸ ਦੇ ਦੌਰਾਨ ਸਿਖਾਈਆਂ ਜਾਣਗੀਆਂ। ਸੋ ਇਹ ਸਕਿੱਲਸ ਨੂੰ ਬਿਲਕੁਲ ਲਾਈਟਲੀ ਨਾ ਲਓ ਵੀ ਹਾਂ ਕਿ ਜੇ ਮੈਂ ਨਹੀਂ ਵੀ ਕਰੂੰ ਜਾਂ ਮੈਂ ਐਵੇਂ ਪਾਸ ਹੋ ਜੂ ਤਾਂ ਓਕੇ ਆ, ਕਿਉਂਕਿ ਇਹੀ ਉਹ ਸਕਿੱਲਸ ਨੇ, ਜੇ ਤੁਹਾਨੂੰ ਇਹ ਸਕਿੱਲਸ ਨਹੀਂ ਆਉਂਦੀਆਂ ਤੁਹਾਨੂੰ ਜੌਬ ਬਹੁਤ ਮੁਸ਼ਕਿਲ ਆ। ਤੁਹਾਡਾ ਲੱਕੀ ਹੈ ਜੇ ਤੁਹਾਨੂੰ ਜੌਬ ਮਿਲ ਜੇ, ਪਰ ਇਹ ਸਕਿੱਲਸ ਤੋਂ ਬਿਨਾਂ ਮੈਂ ਨਹੀਂ ਸੋਚ ਸਕਦੀ ਕਿ ਜੌਬ
ਈਜ਼ੀਲੀ ਮਿਲੂਗੀ। ਸੋ ਆਪਾਂ ਗੱਲ ਕਰ ਲੈਂਦੇ ਹਾਂ ਹੁਣ ਇਹਨਾਂ ਸਕਿੱਲਸ ਬਾਰੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਡੀਕਲ ਟਰਮੀਨੋਲੋਜੀ। ਸੋ ਮੈਡੀਕਲ ਟਰਮੀਨੋਲੋਜੀ ਕੀ ਹੁੰਦੀ ਹੈ ਕਿ ਇਹਦੇ 'ਚ ਤੁਸੀਂ ਜਿਵੇਂ ਆਪਾਂ ਆਮ ਇੰਗਲਿਸ਼ ਭਾਸ਼ਾ ਵਿੱਚ ਵਰਡਸ ਜਿਹੜੇ ਬੋਲਦੇ ਆ ਆਪਣੇ ਸਰੀਰਕ ਅੰਗ ਜਾਂ ਜਿਵੇਂ ਕੋਈ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਇੱਕ ਮੈਡੀਕਲ ਦੀਆਂ ਅਲੱਗ ਟਰਮਸ ਹੁੰਦੀਆਂ ਨੇ ਉਹਨਾਂ ਲਈ, ਮੈਡੀਕਲ ਦੇ ਅਲੱਗ ਨਾਮ ਹੁੰਦੇ ਨੇ ਉਹਨਾਂ ਚੀਜ਼ਾਂ ਲਈ, ਅਤੇ ਸਾਨੂੰ ਉਹ ਸਾਰੇ ਨਾਮ ਯਾਦ ਕਰਾਏ ਜਾਂਦੇ ਨੇ ਇਹ ਮੈਡੀਕਲ ਟਰਮੀਨੋਲੋਜੀ ਦੇ ਅੰਡਰ। ਇਹ ਸਕਿੱਲ ਸਿਰਫ ਮੈਡੀਕਲ ਨਾਮ ਯਾਦ ਰੱਖਣ ਲਈ ਆ ਸਰੀਰਕ ਅੰਗਾਂ ਦੇ ਅਤੇ ਬਿਮਾਰੀਆਂ ਦੇ। ਜਿਵੇਂ ਕਿ ਹੁਣ ਤੁਹਾਨੂੰ ਮੈਂ ਥੋੜ੍ਹੇ ਜਿਹੇ ਐਗਜ਼ਾਮਪਲ ਵੀ ਦੇ ਦਿੰਦੀ ਹਾਂ। ਜਿਵੇਂ ਕਿ ਹੁਣ ਆਪਾਂ ਆਮ ਭਾਸ਼ਾ 'ਚ ਕਹਿ ਦਿੰਦੇ ਹਾਂ ਹਾਰਟ, ਹੈ ਨਾ, ਅਤੇ ਆਪਾਂ ਜਿਹੜੀ ਮੈਡੀਕਲ ਟਰਮੀਨੋਲੋਜੀ ਆ ਮੈਡੀਕਲ ਟਰਮ ਆ ਉਹਦੇ ਵਿੱਚ ਆਪਾਂ ਕਹਿੰਦੇ ਹਾਂ ਕਾਰਡੀਓ। ਐਵੇਂ ਆਪਾਂ ਸਕਿਨ ਨੂੰ ਡਰਮਾ ਕਹਿੰਦੇ ਹਾਂ, ਕਿਡਨੀ ਨੂੰ ਨੈਫਰੋ ਕਹਿੰਦੇ ਹਾਂ, ਪੋਇਜ਼ਨ ਨੂੰ ਟੌਕਸੋ ਕਹਿੰਦੇ ਹਾਂ, ਅਤੇ ਪੈਥੀ ਨੂੰ ਡਿਜ਼ੀਜ਼ ਕਹਿੰਦੇ ਹਾਂ। ਹੁਣ ਗੱਲ ਆਉਂਦੀ ਆ ਕਿ ਇਹ ਕੋਈ ਵੀ ਵਰਡਸ ਨੂੰ ਮੈਡੀਕਲ ਟਰਮ 'ਚ ਯਾਦ ਰੱਖਣਾ ਕਿਉਂ ਜ਼ਰੂਰੀ ਆ, ਇਹ ਸਕਿੱਲ ਕਿਉਂ ਜ਼ਰੂਰੀ ਆ। ਸੋ ਤੁਸੀਂ ਕਿਤੇ ਵੀ ਕਲੀਨਿਕ 'ਚ ਜਾਂ ਹੌਸਪੀਟਲ 'ਚ ਕੰਮ ਕਰਦੇ ਹੋ ਕੱਲ੍ਹ ਨੂੰ, ਜਿੰਨੇ ਵੀ ਰਿਜ਼ਲਟਸ ਹੁੰਦੇ ਨੇ ਮਤਲਬ ਬਲੱਡ ਰਿਜ਼ਲਟਸ, ਬਲੱਡ ਰਿਪੋਰਟਾਂ ਲੋਕਾਂ ਦੀਆਂ ਆਉਂਦੀਆਂ ਨੇ, ਪੇਸ਼ੈਂਟਸ ਦੀਆਂ ਆਉਂਦੀਆਂ ਨੇ, ਉਹ ਸਾਰੀਆਂ ਮੈਡੀਕਲ ਦੀ ਭਾਸ਼ਾ 'ਚ ਹੋਣਗੀਆਂ, ਨਾ ਕਿ ਸਿੰਪਲ ਇੰਗਲਿਸ਼ ਵਿੱਚ। ਸੋ ਜੇ ਤੁਸੀਂ ਮੈਡੀਕਲ ਟਰਮੀਨੋਲੋਜੀ ਨਹੀਂ ਚੰਗੀ ਤਰ੍ਹਾਂ ਕੀਤੀ ਤਾਂ ਤੁਹਾਨੂੰ ਰਿਪੋਰਟ ਵੀ ਨਹੀਂ ਪੜ੍ਹਨੀ ਆਉਣੀ, ਅਤੇ ਜੇ ਤੁਹਾਨੂੰ ਰਿਪੋਰਟ ਨਹੀਂ ਪੜ੍ਹਨੀ ਆਉਣੀ ਤੁਸੀਂ ਪੇਸ਼ੈਂਟ ਨੂੰ ਦੱਸ ਹੀ ਨਹੀਂ ਸਕਦੇ ਕਿ ਉਹਨੂੰ ਕੀ ਹੋਇਆ ਜਾਂ ਉਹਨੂੰ ਕੀ ਪ੍ਰੋਬਲਮ ਆ ਜਾਂ ਉਹਦੀ ਰਿਪੋਰਟ ਕਿਵੇਂ ਆ। ਸਿਰਫ ਇਹੀ ਨਹੀਂ, ਜਦੋਂ ਡਾਕਟਰਸ ਆਪਸ ਵਿੱਚ ਇੱਕ ਦੂਜੇ ਨੂੰ ਰੈਫਰਲ ਭੇਜਦੇ ਨੇ, ਇੱਕ ਮੰਨ ਲਓ ਫੈਮਿਲੀ ਡਾਕਟਰ ਆ, ਉਹਨੇ ਕਿਸੇ ਸਪੈਸ਼ਲਿਸਟ ਨੂੰ ਇੱਕ ਬੰਦਾ ਰੈਫਰ ਕਰਨਾ ਤਾਂ ਉਹ ਇੱਕ ਰੈਫਰਲ ਲੈਟਰ ਲਿਖਦਾ ਹੈ ਦੂਜੇ ਡਾਕਟਰ ਨੂੰ, ਅਤੇ ਉਹ ਰੈਫਰਲ ਲੈਟਰ ਵਿੱਚ ਵੀ ਮੈਡੀਕਲ ਟਰਮੀਨੋਲੋਜੀ ਹੀ ਯੂਜ਼ ਹੁੰਦੀ ਆ। ਜੇ ਮੰਨ ਲਓ ਤੁਹਾਨੂੰ ਕੋਈ ਰੈਫਰਲ ਰਿਸੀਵ ਹੋਇਆ ਤੁਹਾਡੇ ਡਾਕਟਰ ਲਈ, ਠੀਕ ਆ, ਅਤੇ ਤੁਹਾਨੂੰ ਮੈਡੀਕਲ ਟਰਮੀਨੋਲੋਜੀ ਨਹੀਂ ਆਉਂਦੀ, ਤੁਸੀਂ ਡਾਕਟਰ ਨੂੰ ਦੱਸ ਹੀ ਨਹੀਂ ਸਕਦੇ ਕਿ ਉਹ ਰੈਫਰਲ ਕਾਹਦੇ ਬਾਰੇ ਆ ਜਾਂ ਪੇਸ਼ੈਂਟ ਨੂੰ ਕੀ ਬਿਮਾਰੀ ਆ, ਪੇਸ਼ੈਂਟ ਕਿਹੜੀ ਸਿਚੁਏਸ਼ਨ 'ਚ ਆ। ਅਗਲੀ ਚੀਜ਼ ਹੈਗੀ ਆ ਅਨੈਟਮੀ ਆਫ ਹੈਲਥ ਐਡਮਿਨਿਸਟ੍ਰੇਸ਼ਨ। ਇਹਦੇ ਵਿੱਚ ਤੁਹਾਨੂੰ ਜਿਹੜਾ ਪੂਰਾ ਨੈਟਵਰਕ ਆ ਹੈਲਥ ਐਡਮਿਨਿਸਟ੍ਰੇਸ਼ਨ ਦਾ, ਕਿਵੇਂ ਕੰਮ ਕਰਦੀ, ਕਿਵੇਂ ਇੱਕ ਤੋਂ ਦੂਏ ਬੰਦੇ ਨਾਲ ਜੁੜੀ ਆ, ਮੈਨੇਜਰ ਤੋਂ ਅਸਿਸਟੈਂਟ ਨਾਲ, ਅਸਿਸਟੈਂਟ ਤੋਂ ਕੋਆਰਡੀਨੇਟਰ ਨਾਲ, ਜੋ ਵੀ ਇਹਨਾਂ ਦਾ ਨੈਟਵਰਕ ਜਾਂ ਗਰੁੱਪ ਆ ਉਹ ਆਪਸ ਵਿੱਚ ਇੱਕ ਦੂਜੇ ਨਾਲ ਕਿਵੇਂ ਕਨੈਕਟਡ ਨੇ ਅਤੇ ਕੀ ਉਹਨਾਂ ਦੇ ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀਆਂ ਨੇ, ਇਹ ਸਾਰਾ ਉਸ ਚੀਜ਼ ਬਾਰੇ ਹੁੰਦਾ। ਇਸ ਤੋਂ ਅਗਲਾ ਹੈਗਾ ਮੈਡੀਕਲ ਟ੍ਰਾਂਸਕ੍ਰਿਪਸ਼ਨ। ਇਹਦੇ ਵਿੱਚ ਕੀ ਹੁੰਦਾ ਬੇਸਿਕਲੀ ਡਾਕਟਰ ਆ ਜਿਹੜਾ ਉਹ ਇੱਕ ਰਿਕਾਰਡਿੰਗ ਡਿਵਾਈਸ 'ਚ ਰਿਕਾਰਡ ਕਰਦਾ ਜੋ ਵੀ ਉਹ ਪੇਸ਼ੈਂਟ ਬਾਰੇ ਸੋਚਦਾ ਜਾਂ ਜੋ ਵੀ ਉਹਨੂੰ ਲੱਗਦਾ ਕਿ ਪੇਸ਼ੈਂਟ ਆਹ ਸਿਚੁਏਸ਼ਨ 'ਚ ਆ ਤਾਂ ਇਹਨੂੰ ਆਹ ਕੁਛ ਹੋਣਾ ਮਿਲਣਾ ਚਾਹੀਦਾ, ਹੈ ਨਾ, ਜਾਂ ਇਹਨੂੰ ਪੇਸ਼ੈਂਟ ਨੂੰ ਕੀ ਹੋ ਸਕਦਾ, ਜੋ ਵੀ ਡਾਕਟਰ ਦੇ ਐਨਾਲਿਸਿਸ ਹੁੰਦੇ ਨੇ ਉਹ ਇੱਕ ਰਿਕਾਰਡ ਕਰਕੇ ਰੱਖਦਾ ਅਤੇ ਉਹ ਰਿਕਾਰਡਿੰਗ ਤੁਹਾਡੇ ਕੋਲ ਆਉਂਦੀ ਆ। ਤੁਸੀਂ ਉਹ ਪ੍ਰੋਪਰ ਤਰੀਕੇ ਨਾਲ ਟਾਈਪ ਕਰਨਾ ਹੁੰਦਾ ਸਾਰਾ ਇਲੈਕਟ੍ਰੋਨਿਕ ਮੈਡੀਕਲ ਰੈਕਟਸ 'ਚ, ਮਤਲਬ ਆਪਣੇ ਔਨਲਾਈਨ ਰੈਕਟਸ 'ਚ ਰੱਖਣ ਲਈ ਤੁਸੀਂ ਉਹ ਸਾਰਾ ਟਾਈਪ ਕਰਨਾ ਹੁੰਦਾ। ਡਾਕਟਰ ਤੁਹਾਨੂੰ ਟਾਈਪ ਕਰਕੇ ਨਹੀਂ ਦਿੰਦਾ, ਡਾਕਟਰ ਸਿਰਫ ਰਿਕਾਰਡ ਕਰਦਾ, ਅਤੇ ਇਹ ਟਾਈਪ ਤੁਸੀਂ ਕੀਬੋਰਡ 'ਤੇ ਨਹੀਂ ਹੁੰਦਾ, ਇਹਦੇ ਲਈ ਇੱਕ ਸਪੈਸ਼ਲ ਡਿਵਾਈਸ ਆਉਂਦਾ, ਸਪੈਸ਼ਲ ਮਸ਼ੀਨ ਆਉਂਦੀ ਆ। ਇਹ ਕੋਰਸ ਦੇ ਦੌਰਾਨ ਤੁਹਾਨੂੰ ਉਹ ਮਸ਼ੀਨ ਚਲਾਉਣੀ ਸਿਖਾਉਂਦੇ ਨੇ ਕਿ ਕਿਵੇਂ ਤੁਸੀਂ ਉਹ ਮਸ਼ੀਨ ਨਾਲ ਵਰਕ ਕਰਨਾ। ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਵੀ ਤੁਸੀਂ ਆਪਣੀ ਜਿਹੜੀ ਡਾਕਟਰ ਦੀ ਰਿਕਾਰਡਿੰਗ ਆ ਉਹ 2 ਮਿੰਟ ਲਈ ਪੌਜ਼ ਕਰਨੀ ਆ ਤਾਂ ਤੁਸੀਂ ਡਿਵਾਈਸ 'ਤੇ ਪੈਰ ਨਾਲ ਦਬਾਅ ਪਾਉਣਾ ਅਤੇ ਉਹ ਰਿਕਾਰਡਿੰਗ 2 ਮਿੰਟ ਲਈ ਰੁਕ ਜੂਗੀ, ਅਤੇ ਤੁਸੀਂ ਜੋ ਵੀ ਮਤਲਬ ਕਰ ਰਹੇ ਹੋ, ਜੇ ਤੁਸੀਂ ਕੋਈ ਸਪੈਲ ਚੈੱਕ ਕਰ ਰਹੇ ਹੋ ਜਾਂ ਕੁਛ ਵੀ ਕਰ ਰਹੇ ਹੋ ਤੁਸੀਂ ਉਹ ਕਰ ਸਕਦੇ ਹੋ। ਪਰ ਇਹਦੇ ਵਿੱਚ ਵੀ ਫਿਰ ਉਹੀ ਗੱਲ ਹੈ ਕਿ ਡਾਕਟਰ ਮੈਡੀਕਲ ਟਰਮਸ 'ਚ ਗੱਲ ਕਰੂਗਾ, ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਤਾਂ ਹੀ ਤੁਸੀਂ ਉਹ ਸਹੀ ਤਰੀਕੇ ਨਾਲ ਟਾਈਪ ਕਰ ਸਕਦੇ ਹੋ। ਅਗਲੀ ਚੀਜ਼ ਹੈਗੀ ਆ ਮੈਡੀਕਲ ਆਫਿਸ ਪ੍ਰੋਸੀਜਰਸ। ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਿਆ ਜਾਂਦਾ ਕਿ ਤੁਹਾਡੀਆਂ ਕੀ ਡਿਊਟੀਜ਼ ਨੇ, ਕੀ ਕੰਮ ਤੁਹਾਨੂੰ ਕਰਨੇ ਨੇ, ਉਹਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਦੱਸਿਆ ਜਾਂਦਾ ਕਿ ਕਿਵੇਂ ਤੁਸੀਂ ਜਿਹੜਾ ਪੇਸ਼ੈਂਟ ਆ ਉਹਦੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਰੱਖਣੀ ਆ, ਕਿਉਂਕਿ ਤੁਸੀਂ ਕਿਸੇ ਬਾਹਰਲੇ ਬੰਦੇ ਨੂੰ ਉਹ ਪੇਸ਼ੈਂਟ ਦੀ ਇਨਫੋਰਮੇਸ਼ਨ ਨਹੀਂ ਦੇਣੀ। ਉਹਦੇ ਬਾਰੇ ਤੁਹਾਨੂੰ ਸਿਖਾਇਆ ਜਾਂਦਾ ਕਿ ਕਿਵੇਂ ਤੁਸੀਂ ਉਹ ਚੀਜ਼ ਨੂੰ ਅਵੋਇਡ ਕਰ ਸਕਦੇ ਹੋ, ਕਿਵੇਂ ਤੁਸੀਂ ਪੇਸ਼ੈਂਟ ਦੀ ਇਨਫੋਰਮੇਸ਼ਨ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਰੋਕ ਸਕਦੇ ਹੋ। ਅਗਲੀ ਚੀਜ਼ ਆਉਂਦੀ ਆ ਇਲੈਕਟ੍ਰੋਨਿਕ ਹੈਲਥ ਰੈਕਡ ਮੈਨੇਜਮੈਂਟ। ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਿਹੜੀ ਪੇਸ਼ੈਂਟ ਦੀ ਕੇਸ ਹਿਸਟਰੀ ਹੁੰਦੀ ਆ ਜਾਂ ਕੋਈ ਵੀ ਉਹਦੀ ਹਿਸਟਰੀ ਆਫ ਮੈਡੀਕੇਸ਼ਨ ਹੁੰਦੀ ਆ, ਉਹ ਸਾਰੀ ਇੱਕ ਇਲੈਕਟ੍ਰੋਨਿਕਲੀ ਤੁਹਾਡੇ ਕੰਪਿਊਟਰ 'ਤੇ ਹੁੰਦੀ ਹੈ ਇੱਕ ਸੋਫਟਵੇਅਰ ਦੇ ਥਰੂ, ਅਤੇ ਤੁਹਾਡੀ ਡਿਊਟੀ ਹੁੰਦੀ ਹੈ ਕਿ ਤੁਸੀਂ ਇਹਨੂੰ ਅਪ ਟੂ ਡੇਟ ਕਰਨਾ। ਜੇ ਕੁਛ ਵੀ ਚੇਂਜ ਹੋਇਆ ਪੇਸ਼ੈਂਟ ਨੂੰ ਲੈ ਕੇ ਜਾਂ ਕੋਈ ਵੀ ਪ੍ਰੋਗਰੈਸ ਹੋਈ ਆ ਉਹ ਸਾਰੀ ਤੁਸੀਂ ਉਹਦੇ ਵਿੱਚ ਨੋਟ ਕਰਨੀ ਹੁੰਦੀ ਹੈ, ਅਪ ਟੂ ਡੇਟ ਰੱਖਣਾ ਹੁੰਦਾ ਪੇਸ਼ੈਂਟ ਦਾ ਰੈਕਡ। ਉਸ ਤੋਂ ਅਗਲੀ ਚੀਜ਼ ਆਉਂਦੀ ਹੈ ਕੰਪਿਊਟਰਾਈਜ਼ਡ ਓਹਿਬ ਬਿਲਿੰਗ। ਕੰਪਿਊਟਰਾਈਜ਼ਡ ਓਹਿਬ ਬਿਲਿੰਗ 'ਚ ਕੀ ਹੁੰਦਾ ਕਿ ਇੱਥੇ ਕੈਨੇਡਾ 'ਚ 2 ਤਰ੍ਹਾਂ ਦੀ ਬਿਲਿੰਗ ਹੁੰਦੀ ਆ, ਇੱਕ ਓਹਿਬ ਬਿਲਿੰਗ, ਇੱਕ ਨਾਨ ਓਹਿਬ ਬਿਲਿੰਗ। ਓਹਿਬ ਬਿਲਿੰਗ ਮਤਲਬ OHIP ਓਹਿਪ ਬਿਲਿੰਗ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਕੋਲ ਹੈਲਥ ਕਾਰਡ ਹੁੰਦਾ।
ਹੈਲਥ ਕਾਰਡ ਕੈਨੇਡਾ 'ਚ ਜਿੰਨੇ ਵੀ ਮੈਨੂੰ ਲੱਗਦਾ PR ਸਿਟੀਜ਼ਨ ਜਾਂ ਜਿਨ੍ਹਾਂ ਨੂੰ 1 ਸਾਲ ਜਾਂ 6 ਮਹੀਨੇ ਵਰਕ ਤੇ ਹੋ ਗਿਆ ਆਇਆਂ ਨੂੰ, ਉਹ ਲੋਕ ਬਣਵਾ ਸਕਦੇ ਨੇ। ਤੇ ਉਹਨਾਂ ਕੋਲ ਹੈਲਥ ਕਾਰਡ ਹੁੰਦਾ ਜਿਹਦੇ ਅੰਡਰ ਉਹਨਾਂ ਦੀ ਕਾਫੀ ਹੱਦ ਤੱਕ ਜਿਹੜੀ ਮੈਡੀਕੇਸ਼ਨ ਆ, ਮਤਲਬ ਡਾਕਟਰ ਨਾਲ ਕੰਸਲਟੇਸ਼ਨ ਜਾਂ ਕੋਈ ਬਲੱਡ ਸੈਂਪਲ ਲੈਣਾ ਜਾਂ ਕੁਝ ਵੀ, ਉਹ ਸਾਰਾ ਹੈਲਥ ਕਾਰਡ ਦੇ ਅੰਡਰ ਕਵਰ ਹੁੰਦਾ। ਤੇ ਤੁਸੀਂ ਉਹਦੇ ਲਈ ਗਵਰਨਮੈਂਟ ਨੂੰ ਬਿਲ ਕਰਨਾ ਹੁੰਦਾ, ਉਹ ਕੰਮ ਤੁਹਾਡਾ ਹੁੰਦਾ, ਉਹਨੂੰ ਕਹਿੰਦੇ ਕੰਪਿਊਟਰਾਈਜ਼ ਉਹੀ ਬਿਲਿੰਗ। ਸੋ ਤੁਹਾਡੇ ਕੋਲ ਇੱਕ ਸਪੈਸ਼ਲ ਸੌਫਟਵੇਅਰ ਹੁੰਦਾ ਜਿਹਦੇ ਵਿੱਚ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਕੋਡ ਪਾਉਣੇ ਹੁੰਦੇ ਨੇ। ਉਹ ਕੋਡ ਡਿਪੈਂਡ ਕਰਦਾ ਕਿ ਜਿਹੜਾ ਡਾਕਟਰ ਆ ਉਹਨੇ ਕਿਵੇਂ ਦਾ ਟਰੀਟਮੈਂਟ ਦਿੱਤਾ ਪੇਸ਼ੈਂਟ ਨੂੰ, ਮਤਲਬ ਹਰ ਚੀਜ਼ ਦਾ ਅਲੱਗ ਕੋਡ ਆ। ਤੇ ਉਹ ਕੋਡ ਪਾ ਕੇ ਤੁਸੀਂ ਜਿਹੜੀ ਗਵਰਨਮੈਂਟ ਆ ਉਹਨੂੰ ਬਿਲ ਕਰ ਸਕਦੇ ਹੋ। ਪਰ ਇਹ ਸਿਰਫ ਤਾਂ ਹੀ ਪੋਸੀਬਲ ਆ ਜੇ ਤੁਹਾਡੇ ਪੇਸ਼ੈਂਟ ਕੋਲ ਹੈਲਥ ਕਾਰਡ ਆ। ਤੇ ਦੂਜੀ ਤਰ੍ਹਾਂ ਦੀ ਜਿਹੜੀ ਬਿਲਿੰਗ ਆ ਉਹ ਹੈਗੀ ਨੌਨ OHIP। ਉਹ ਸਿੰਪਲੀ ਕੋਈ ਵੀ ਬੰਦੇ ਦੀ ਹੋ ਸਕਦੀ ਹੈ, ਚਾਹੇ ਉਹਦੇ ਕੋਲ ਹੈਲਥ ਕਾਰਡ ਹੈ ਨਹੀਂ ਹੈ। ਉਹਦੇ 'ਚ ਤੁਸੀਂ ਡਾਇਰੈਕਟ ਬੰਦੇ ਤੋਂ ਮਨੈਰਿਸ ਮਸ਼ੀਨ ਤੇ ਪੈਸੇ ਚਾਰਜ ਕਰਨੇ ਹੁੰਦੇ ਨੇ, ਜਿਵੇਂ ਕਿ ਆਪਾਂ ਆਮ ਬਿਲ ਕਰਦੇ ਹਾਂ ਦੁਕਾਨਾਂ ਤੇ। ਪਰ ਜਿਹੜੀ ਸਕਿੱਲ ਵਾਲੀ ਚੀਜ਼ ਆ ਉਹ ਕੰਪਿਊਟਰਾਈਜ਼ਡ ਉਹੀ ਬਿਲਿੰਗ ਆ। ਅਗਲੀ ਚੀਜ਼ ਆ ਡਾਇਗਨੋਸਟਿਕ ਐਂਡ ਲੈਬ ਪ੍ਰੋਸੀਜਰ। ਇਹਦੇ ਵਿੱਚ ਤੁਹਾਨੂੰ ਸਿਖਾਇਆ ਜਾਊਗਾ ਕਿ ਕਿਵੇਂ ਤੁਸੀਂ ਪਲਸ ਰੇਟ ਮੈਜਰ ਕਰਨਾ, ਕਿਵੇਂ ਤੁਸੀਂ BP ਚੈੱਕ ਕਰਨਾ ਜਾਂ ਫੀਵਰ ਚੈੱਕ ਕਰਨਾ, ਹੈ ਨਾ। ਇਹ ਸਾਰੀ ਚੀਜ਼ਾਂ ਇਸ ਦੇ ਵਿੱਚ ਸਿਖਾਈਆਂ ਜਾਣਗੀਆਂ। ਈਵਨ ਕਿ 2 ਦਿਨ ਦਾ ਇੱਕ ਫੈਲੋਬੋਟਮੀ ਦਾ ਕੋਰਸ ਵੀ ਹੁੰਦਾ, ਉਹ ਆਪਸ਼ਨਲ ਹੁੰਦਾ, ਤੁਸੀਂ ਚਾਹੋ ਤਾਂ ਕਰ ਸਕਦੇ ਹੋ। ਤੁਹਾਨੂੰ ਤੁਹਾਡੇ ਕੋਰਸ ਦੌਰਾਨ ਆਪਸ਼ਨ ਦੇਣਗੇ ਕਿ ਤੁਸੀਂ ਫੈਲੋਬੋਟਮੀ ਕਰਨੀ ਆ। ਉਹ ਸਿਰਫ 2 ਦਿਨ ਦਾ ਕੋਰਸ ਹੁੰਦਾ। ਜੇ ਤੁਸੀਂ ਉਹ ਕਰ ਲੈਂਦੇ ਹੋ ਤਾਂ ਤੁਹਾਡੀ ਹੋਰ ਵੀ ਵਧੀਆ, ਤੁਹਾਡੇ ਲਈ ਜੌਬ ਓਪਰਚੁਨਿਟੀ ਵੱਧ ਜਾਂਦੀ ਆ। ਉਹਦੇ 'ਚ ਕੀ ਹੁੰਦਾ ਕਿ ਫਿਰ ਤੁਸੀਂ ਫੈਲੋਬੋਟਮੀ ਕਰਕੇ ਬਲੱਡ ਸੈਂਪਲ ਵੀ ਲੈ ਸਕਦੇ ਹੋ। ਹੁਣ ਜੇ ਆਪਾਂ ਦੇਖੀਏ ਕਿ ਕਿਹੜੇ ਕੋਰਸ ਵਿੱਚ ਹਰ ਸਮੈਸਟਰ 'ਚ ਕਿਵੇਂ ਦੇ ਕੋਰਸ ਆਉਣਗੇ ਤੇ ਉਹਨਾਂ 'ਚ ਕੀ ਹੋ ਸਕਦਾ। ਸਾਰਿਆਂ ਨਾਲੋਂ ਪਹਿਲਾਂ ਤਾਂ COM ਆਉਂਦਾ, COMM। ਇਹਦੇ 'ਚ ਬੇਸਿਕਲੀ ਕੀ ਹੁੰਦਾ ਕਿ ਤੁਹਾਡੀ ਇੰਗਲਿਸ਼ ਆ ਜਿਹੜੀ ਉਹ ਇੰਪਰੂਵ ਕੀਤੀ ਜਾਂਦੀ ਹੈ, ਕਿਉਂਕਿ ਇੱਕ ਆਮ ਇੰਗਲਿਸ਼ ਸਿੱਖਣੀ, ਇੱਕ ਆਮ ਇੰਗਲਿਸ਼ ਦਾ ਆਉਣਾ ਅਲੱਗ ਗੱਲ ਆ। ਤੇ ਜਦੋਂ ਤੁਸੀਂ ਇੱਕ ਪ੍ਰੋਫੈਸ਼ਨਲ ਲੈਵਲ ਤੇ ਆਉਂਦੇ ਹੋ, ਤੁਹਾਡੀ ਇੰਗਲਿਸ਼ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਆ। ਸੋ ਇਹ ਕੋਰਸ 'ਚ ਤੁਹਾਨੂੰ ਥੀਸਿਸ ਵਗੈਰਾ ਲਿਖਣੀ ਸਿਖਾਉਂਦੇ ਨੇ, ਪ੍ਰੋਪਰ ਕਿ ਕਿਵੇਂ ਲਿਖਣੀ ਆ। ਇਸ ਤੋਂ ਅਗਲਾ ਹੁੰਦਾ GNET। ਐਵੇਂ ਆ ਕਿ ਤੁਸੀਂ, ਤੁਹਾਡੇ ਕੋਲ ਆਪਸ਼ਨ ਹੁੰਦੇ ਨੇ 3-4 ਚੀਜ਼ਾਂ ਦੇ ਕਿ ਤੁਸੀਂ ਕਿਹੜਾ ਕੋਰਸ ਆਪਣੇ GNET ਲਈ ਲੈਣਾ ਚਾਹੋਗੇ। GNET ਤੁਹਾਨੂੰ ਹਰ ਸਮੈਸਟਰ 'ਚ ਕੰਪਲਸਰੀ ਹੁੰਦਾ, ਪਰ ਆਪਸ਼ਨ ਹੁੰਦੇ ਨੇ ਕਿ ਤੁਸੀਂ ਕਿਹੜੀ ਚੀਜ਼ ਦੀ ਸਟੱਡੀ ਕਰਨੀ ਚਾਹੋਗੇ। ਜਿਵੇਂ ਮੈਨੂੰ ਲੱਗਦਾ ਇੱਕ ਸਮੈਸਟਰ 'ਚ ਚੂਜ਼ ਕੀਤਾ ਸੀਗਾ ਗਲੋਬਲ ਸਿਟੀਜ਼ਨਸ਼ਿਪ ਐਵੇਂ ਕਰਕੇ, ਤੇ ਇੱਕ 'ਚ ਮੈਂ ਚੂਜ਼ ਕੀਤਾ ਸੀਗਾ ਕੈਨੇਡੀਅਨ ਹਿਸਟਰੀ। ਐਵੇਂ ਦੇ ਮੈਂ ਕੁਝ ਕੋਰਸਿਸ ਆਪਣੀ GNET ਲਈ ਚੂਜ਼ ਕੀਤੇ ਸੀਗੇ। ਇਸ ਤੋਂ ਅੱਗੇ ਆ ਟਾਈਪਿੰਗ ਤੇ ਆ ਕੇ ਸੁਣਨ ਨੂੰ ਬਹੁਤ ਸੌਖਾ ਲੱਗਦਾ, ਪਰ ਟਾਈਪਿੰਗ ਤੇ ਆ ਕੇ ਬਹੁਤ ਲੋਕ ਅੜਦੇ ਨੇ, ਕਿਉਂਕਿ ਇਹ ਐਵੇਂ ਦੀ ਚੀਜ਼ ਆ, ਥਿਊਰੀ ਆ ਨਾ ਜਿਹੜੀ, ਉਹ ਜੇ ਤੁਸੀਂ ਪੇਪਰ ਤੋਂ 4 ਦਿਨ ਪਹਿਲਾਂ ਵੀ ਪੜ੍ਹਨ ਬਹਿੰਦੇ ਹੋ ਨਾ, ਆਪਾਂ ਕਵਰ ਕਰ ਲੈਂਦੇ ਆ, ਪਾਸ ਹੋਣ ਜੋਗਾ ਆਪਾਂ ਕਵਰ ਕਰ ਲੈਂਦੇ ਆ। ਕੀਬੋਰਡ 'ਚ ਐਵੇਂ ਨਹੀਂ ਹੈਗਾ। ਕੀਬੋਰਡ 'ਚ ਤੁਸੀਂ ਤਾਂ ਹੀ ਕੀਬੋਰਡਿੰਗ ਪਾਸ ਕਰ ਸਕਦੇ ਜੇ ਤੁਸੀਂ ਵਾਕਈ ਪ੍ਰੈਕਟਿਸ ਕਰਦੇ ਹੋ ਕੀਬੋਰਡਿੰਗ ਦੀ। ਫਸਟ ਸਮੈਸਟਰ 'ਚ ਤੁਹਾਨੂੰ ਸਿਰਫ 30 ਵਰਡਸ ਪਰ ਮਿੰਟ ਟਾਈਪ ਕਰਨੇ ਹੁੰਦੇ ਨੇ 98% ਐਕੂਰੇਸੀ ਨਾਲ। 98% ਐਕੂਰੇਸੀ ਮਤਲਬ 2% ਗਲਤੀ ਦੇ ਚਾਂਸ ਮਿਲਦੇ ਨੇ, ਤੇ ਤੁਹਾਡੀ 30 ਵਰਡ ਪਰ ਮਿੰਟ ਦੀ ਸਪੀਡ ਹੋਣੀ ਚਾਹੀਦੀ ਆ ਫਸਟ ਸਮੈਸਟਰ 'ਚ। ਇਹ ਮਤਲਬ ਹੋ ਜਾਂਦਾ ਕਿਉਂਕਿ ਇਹ ਥੋੜਾ ਈਜ਼ੀ ਹੁੰਦਾ। 30 ਵਰਡ ਕੋਈ ਬਾਲੇ ਨਹੀਂ ਹੁੰਦੇ। ਮੈਂ ਇਹ ਚੀਜ਼ ਲਈ ਇੰਡੀਆ ਤੋਂ ਹੀ ਪ੍ਰੈਕਟਿਸ ਕੀਤੀ ਸੀ, ਕਿਉਂਕਿ ਮੈਂ ਨਾ ਆਪਣੇ ਕੋਰਸ ਦੀ ਆਊਟਲਾਈਨ ਦੇਖ ਲਈ ਸੀ। ਤੁਸੀਂ ਵੀ ਆਪਣੇ ਕੋਰਸ ਦੀ ਆਊਟਲਾਈਨ ਚੈੱਕ ਕਰਿਆ ਕਰੋ। ਅਗਲੀ ਚੀਜ਼ ਆ ਆਫਿਸ ਐਡਮਿਨਿਸਟ੍ਰੇਸ਼ਨ ਟੈਕਨੋਲੋਜੀ। ਇਹਦੇ 'ਚ ਤੁਹਾਨੂੰ ਅਲੱਗ-ਅਲੱਗ ਚੀਜ਼ਾਂ ਯੂਜ਼ ਕਰਨੀਆਂ ਸਿਖਾਉਂਦੇ ਨੇ, ਟੈਕਨੀਕਸ ਸਿਖਾਉਂਦੇ ਨੇ, ਕੰਮ ਤੇ ਕਿਵੇਂ ਕੰਮ ਕਰਨਾ, ਉਹਦੀਆਂ ਸਟ੍ਰੈਟੇਜੀਜ਼, ਟੈਕਨੀਕਸ ਜੋ ਵੀ ਹੁੰਦੀਆਂ ਨੇ ਉਹਨਾਂ ਬਾਰੇ ਦੱਸਿਆ ਜਾਂਦਾ। ਇਸ ਤੋਂ ਅਗਲਾ ਇਹ ਇੰਟਰੋਡਕਸ਼ਨ ਟੂ ਵਰਡ ਪ੍ਰੋਸੈਸਿੰਗ। ਇਹ ਕੋਈ ਐਵੇਂ ਹੁੰਦਾ ਕਿ ਜਿਵੇਂ ਆਪਣਾ ਮਾਈਕਰੋਸਾਫਟ ਵਰਡ ਹੋ ਗਿਆ, ਉਹਦੇ ਬਾਰੇ ਤੁਹਾਨੂੰ ਐਡਵਾਂਸ ਨੌਲੇਜ ਮਿਲਦੀ ਹੈ ਇੱਥੇ ਆ ਕੇ। ਇਹ ਤੁਹਾਡੀ ਫੀਲਡ ਜੌਬ 'ਚ ਬਹੁਤ ਜ਼ਰੂਰੀ ਚੀਜ਼ ਹੈ ਚੀਜ਼ ਸਿੱਖਣੀ। ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਲੈਟਰਸ, ਰੈਫਰੈਂਸ ਲੈਟਰ, ਲੀਗਲ ਲੈਟਰਸ ਟਾਈਪ ਕਰਨੇ ਪੈਂਦੇ ਨੇ। ਅਗਲਾ ਹੈਗਾ ਡਾਕੂਮੈਂਟ ਰਿਵਿਊ ਐਂਡ ਪ੍ਰੂਫ ਰੀਡਿੰਗ। ਇਹਦੇ 'ਚ ਕੀ ਹੁੰਦਾ ਕਿ ਤੁਹਾਨੂੰ ਪ੍ਰੋਫੈਸ਼ਨਲੀ ਪਰਫੈਕਟ ਤਰੀਕੇ ਨਾਲ ਤੁਸੀਂ ਕਿਵੇਂ ਕਿਸੇ ਚੀਜ਼ ਨੂੰ ਲਿਖਣਾ, ਵਿਦ ਕੌਮਾਸ, ਫੁੱਲ ਸਟਾਪ, ਕਾਲਮ, ਸਾਰਾ ਕੁਝ ਕਿਵੇਂ ਐਗਜ਼ੈਕਟ ਤਰੀਕੇ ਨਾਲ ਪਾਉਣਾ ਕਿ ਕੋਈ ਗਲਤੀ ਨਾ ਹੋਵੇ, ਉਹ ਸਿਖਾਇਆ ਜਾਂਦਾ। ਤੇ ਤੁਹਾਨੂੰ ਸਿਖਾਇਆ ਜਾਂਦਾ ਕਿਵੇਂ ਤੁਸੀਂ ਪ੍ਰੂਫ ਰੀਡ ਕਰਨਾ। ਪ੍ਰੂਫ ਰੀਡ ਮਤਲਬ ਹੁੰਦਾ ਕਿ ਤੁਸੀਂ ਕੋਈ ਚੀਜ਼ ਟਾਈਪ ਕਰ ਲਈ, ਠੀਕ ਆ। ਮੰਨ ਲਓ ਮੈਨੂੰ ਡਾਕਟਰ ਨੇ ਰਿਕਾਰਡਿੰਗ ਕਰਕੇ ਭੇਜੀ, ਠੀਕ ਹੈ, ਤੇ ਮੈਂ ਉਹ ਟਾਈਪ ਕਰਨੀ ਆ। ਟਾਈਪ ਕਰਨ ਤੋਂ ਬਾਅਦ ਮੈਂ ਆਪਣਾ ਹੀ ਲੈਟਰ ਚੈੱਕ ਕਰਨਾ ਕਿ ਉਹਦੇ 'ਚ ਕੋਈ ਕਿਤੇ ਕੌਮੇ ਦੀ, ਫੁੱਲ ਸਟਾਪ ਦੀ, ਕੋਈ ਕਾਲਮ ਦੀ, ਸੈਮੀ ਕਾਲਮ ਦੀ ਕੋਈ ਗਲਤੀ ਤਾਂ ਨਹੀਂ ਹੈਗੀ। ਅਗਲਾ ਆਉਂਦਾ ਫਾਈਨੈਂਸ਼ੀਅਲ ਪ੍ਰੋਸੀਜਰ। ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਵਾਲੇ ਪਾਰਟ 'ਚ ਹੀ ਦੱਸਤਾ ਸੀ ਕਿ
ਇਹਦੇ ਵਿੱਚ ਇਹ ਕੋਰਸ 'ਚ ਥੋੜ੍ਹੇ ਬਹੁਤੇ ਫਾਈਨੈਂਸਿਸ ਵੀ ਸਿਖਾਏ ਜਾਂਦੇ ਨੇ, ਜੋ ਕਿ ਬਹੁਤ ਚੰਗੀ ਗੱਲ ਆ। ਤੁਹਾਨੂੰ ਪਤਾ ਲੱਗਦਾ ਕਿ ਇੰਟਰਸਟ ਹੈ ਨਾ, ਬੇਸ ਤੇ ਰੇਟ, ਇਹ ਸਾਰੀ ਚੀਜ਼ਾਂ ਕਿਵੇਂ ਵਰਕ ਕਰਦੀਆਂ ਨੇ। ਕਿਉਂਕਿ ਤੁਸੀਂ ਕੱਲ੍ਹ ਨੂੰ ਜੇ ਤੁਸੀਂ ਮੰਨ ਲਓ ਹਾਰਡ ਵਰਕ ਕਰਦੇ ਹੋ ਹੈ ਨਾ, ਐਕਸਪੀਰੀਅੰਸ ਗੇਨ ਕਰਕੇ ਤੁਸੀਂ ਹਸਪੀਟਲ ਦੇ CEO ਕਹਿ ਲਓ ਹੈ ਨਾ, ਜਾਂ CFO ਬਣ ਜਾਂਦੇ ਹੋ, ਫਿਰ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਡੀਲ ਕਰਨਾ ਪੈਂਦਾ। ਸੋ ਇਹਦੇ ਕਰਕੇ ਜ਼ਰੂਰੀ ਹੁੰਦਾ ਕਿ ਤੁਹਾਨੂੰ ਫਾਈਨੈਂਸਿਸ ਦੀ ਨੌਲੇਜ ਹੋਵੇ। ਹੁਣ ਆਪਾਂ ਆਉਂਦੇ ਹਾਂ ਸੈਕਿੰਡ ਸਮੈਸਟਰ 'ਤੇ। ਸਾਰਿਆਂ ਨਾਲੋਂ ਪਹਿਲਾਂ ਉਹੀ ਸੇਮ ਕੌਮ, ਜਦੋਂ ਤੁਸੀਂ ਇੱਕ ਕੌਮ ਪਾਸ ਕਰ ਲਿਆ, ਤੁਹਾਨੂੰ ਅਗਲੇ ਕੌਮ 'ਚ ਕਮਿਊਨੀਕੇਸ਼ਨ ਕੋਰਸ 'ਚ ਪਾਇਆ ਜਾਂਦਾ ਅਤੇ ਉਹਦੇ 'ਚ ਤੁਹਾਡੀ ਹੋਰ ਇੰਗਲਿਸ਼ ਹਾਈ ਲੈਵਲ 'ਤੇ ਕਰਦੇ ਹੋ, ਹੋਰ ਵਧੀਆ ਤਰੀਕੇ ਨਾਲ ਤੁਹਾਨੂੰ ਥੀਸਿਸ, ਸਟੇਟਮੈਂਟਸ ਵਗੈਰਾ ਲਿਖਣੀਆਂ ਸਿਖਾਉਂਦੇ ਨੇ। ਅਤੇ ਇਸ ਤੋਂ ਬਾਅਦ ਫਿਰ ਤੁਹਾਨੂੰ ਕੀਬੋਰਡ ਐਡਵਾਂਸ ਆਉਂਦਾ ਹੈ ਨਾ, ਇਹਦੇ ਵਿੱਚ ਤੁਸੀਂ 45 ਵਰਡਸ ਪਰ ਮਿੰਟ ਵਿਦ 98% ਐਕੂਰੇਸੀ ਟਾਈਪ ਕਰਨਾ ਹੁੰਦਾ। ਐਵੇਂ ਨਹੀਂ ਹੁੰਦਾ ਕਿ ਜੇ ਤੁਸੀਂ ਇੱਕ ਵਾਰੀ ਟਾਈਪ ਕਰਕੇ ਦਿਖਾਤਾ ਤਾਂ ਤੁਸੀਂ ਪਾਸ ਹੋ ਗਏ, ਤੁਹਾਨੂੰ 3 ਵਾਰੀ ਦੇਣਾ ਪੈਂਦਾ। ਜੇ ਤੁਸੀਂ ਤਿੰਨੋਂ ਵਾਰੀ 45 ਵਰਡਸ ਪਰ ਮਿੰਟ ਵਿਦ 98% ਐਕੂਰੇਸੀ ਟਾਈਪ ਕਰਦੇ ਹੋ ਤਾਂ ਹੀ ਤੁਹਾਨੂੰ ਕੋਰਸ ਵਿੱਚ ਪਾਸ ਕਰਦੇ ਨੇ। ਫਿਰ ਇਸ ਤੋਂ ਅੱਗੇ ਫਿਰ ਵਰਡ ਪ੍ਰੋਸੈਸਿੰਗ ਐਪਲੀਕੇਸ਼ਨ ਵਗੈਰਾ ਆ ਗਈ। ਇਹਦੇ ਵਿੱਚ ਸੇਮ ਉਹੀ ਤੁਹਾਨੂੰ ਵਰਡ ਦਾ ਹੋਰ ਐਡਵਾਂਸ ਯੂਜ਼ ਸਿਖਾਇਆ ਜਾਂਦਾ। ਇੱਕ ਕੋਰਸ ਹੈਗਾ ਕਰੀਅਰਸ ਦਾ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਤੁਹਾਡੀਆਂ ਜਿਵੇਂ ਕਿ ਰੈਜ਼ਮੇ ਹੋ ਗਿਆ, ਲਿੰਕਡਇਨ ਪ੍ਰੋਫਾਈਲ ਹੋ ਗਈ, ਅਤੇ ਮੌਕ ਇੰਟਰਵਿਊ ਲੈਂਦੇ ਨੇ, ਅਤੇ ਪਲੱਸ ਤੁਹਾਨੂੰ ਸਿਖਾਇਆ ਜਾਂਦਾ ਕਿ ਕਿਵੇਂ ਤੁਸੀਂ ਤੁਹਾਡਾ ਜਿਹੜਾ ਇੰਟਰਵਿਊ ਲਊਗਾ ਕਿ ਕੋਈ HR ਮੈਨੇਜਰ ਜਾਂ ਜਿਹੜਾ ਵੀ ਹੋਊਗਾ ਉਹਦੇ ਨਾਲ ਕਿਵੇਂ ਇੰਟਰੈਕਟ ਕਰਨਾ। ਆਫਿਸ ਐਡਮਿਨਿਸਟ੍ਰੇਸ਼ਨ ਟੈਕਨੋਲੋਜੀ, ਇਸ ਚੀਜ਼ 'ਚ ਫਿਰ ਤੁਹਾਨੂੰ ਹਾਈ ਲੈਵਲ 'ਤੇ ਟੈਕਨੋਲੋਜੀ ਜਾਂ ਕਹਿ ਲਓ ਕਿ ਟੈਕਨੀਕਸ, ਸਟ੍ਰੈਟਜੀਜ਼ ਯੂਜ਼ ਕਰਨ ਬਾਰੇ ਸਿਖਾਇਆ ਜਾਂਦਾ। ਆਫਿਸ ਪ੍ਰੋਸੀਜਰ ਐਂਡ ਕਮਿਊਨੀਕੇਸ਼ਨ ਵਿੱਚ ਫਿਰ ਤੁਹਾਨੂੰ ਦੱਸਿਆ ਜਾਂਦਾ ਕਿ ਤੁਹਾਡੀ ਕੀ ਡਿਊਟੀਜ਼ ਨੇ, ਤੁਸੀਂ ਇਹਨਾਂ ਨੂੰ ਕਿਵੇਂ ਕਰਨਾ। ਈਵਨ ਕਿ ਗਲਵਜ਼ ਪਾਉਣ ਦਾ ਅਤੇ ਤਾਰਨ ਦਾ ਵੀ ਇੱਕ ਪ੍ਰੋਸੀਜਰ ਆ। ਸੋ ਤੁਸੀਂ ਸੋਚ ਸਕਦੇ ਹੋ ਕਿੰਨੀ ਵਾਸਟ ਚੀਜ਼ ਆ। ਉਸ ਤੋਂ ਬਾਅਦ ਮਸ਼ੀਨ ਟਰਾਂਸਕ੍ਰਿਪਸ਼ਨ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹ ਪਹਿਲਾਂ ਵੀ ਹੋਊਗੀ। ਇਹ ਚੀਜ਼ ਬਹੁਤ ਜ਼ਰੂਰੀ ਹੈ। ਕੋਈ ਵੀ ਸਕਿੱਲ ਗੇਨ ਕਰਨ 'ਚ ਟਾਈਮ ਲੱਗਦਾ, ਤਾਂ ਕਰਕੇ ਤੁਹਾਨੂੰ ਪਿਛਲੇ ਸਮੈਸਟਰ 'ਚ ਵੀ ਸੀ ਅਤੇ ਸੈਕਿੰਡ ਸਮੈਸਟਰ 'ਚ ਵੀ ਆਊਗੀ। ਫਿਰ ਆਪਾਂ ਗੱਲ ਕਰਦੇ ਥਰਡ ਸਮੈਸਟਰ ਦੀ। ਉਹਦੇ ਵਿੱਚ ਫਿਰ ਤੁਹਾਨੂੰ GNET ਆਉਂਦਾ। GNET ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਆਪਸ਼ਨਸ ਹੁੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਕੀਜ਼ ਆਉਂਦਾ। ਇੱਥੇ ਆ ਕੀਜ਼ ਥੋੜ੍ਹਾ ਟਫ ਹੋ ਜਾਂਦਾ। ਇੱਥੇ ਆ ਕੇ ਸ਼ਾਇਦ 50 ਵਰਡਸ ਪਰ ਮਿੰਟ ਵਿਦ 98% ਐਕੂਰੇਸੀ ਹੋ ਜਾਂਦਾ। ਉਸ ਤੋਂ ਬਾਅਦ ਆਉਂਦਾ ਇੰਟੈਗਰੇਟਿਡ ਸੌਫਟਵੇਅਰ ਐਪਲੀਕੇਸ਼ਨਸ। ਇਹਦੇ ਵਿੱਚ ਤੁਹਾਨੂੰ ਐਪਲੀਕੇਸ਼ਨਸ ਦਾ ਯੂਜ਼ ਕਰਨਾ ਸਿਖਾਉਂਦੇ ਨੇ, ਅਲੱਗ-ਅਲੱਗ ਐਪਸ ਦਾ। ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਮਾਈਕਰੋਸੋਫਟ ਜਿਹੜਾ ਪੂਰੀ ਐਪਲੀਕੇਸ਼ਨ ਆ ਉਹਦੇ ਚੰਗੀ ਤਰ੍ਹਾਂ ਡੀਟੇਲ 'ਚ ਦੱਸਣਗੇ ਕਿ ਉਹਨੂੰ ਕਿਵੇਂ ਯੂਜ਼ ਕਰਨਾ। ਐਕਸਲ ਡੀਟੇਲ 'ਚ, ਪਾਵਰ ਪੁਆਇੰਟ ਡੀਟੇਲ 'ਚ, ਸਾਰਾ ਕੁਛ ਡੀਟੇਲ 'ਚ ਆਉਂਦਾ। ਫਿਰ ਆਉਂਦੀ ਹੈ ਮੈਡੀਕਲ ਟਰਮੀਨੋਲੋਜੀ। ਇਹਦੇ ਵਿੱਚ ਤੁਹਾਨੂੰ ਸਾਰੀਆਂ ਟਰਮਸ ਜਿਵੇਂ ਆਪਾਂ ਗੱਲ ਕੀਤੀਆਂ ਕਿ ਸਿਖਾਈਆਂ ਜਾਂਦੀਆਂ ਨੇ ਕਿ ਮੈਡੀਕਲ ਟਰਮ 'ਚ ਇਹ ਚੀਜ਼ ਨੂੰ, ਇਸ ਸਰੀਰਕ ਅੰਗ ਨੂੰ ਜਾਂ ਔਰਗਨ ਨੂੰ ਜਾਂ ਕਹਿ ਲਓ ਕਿ ਬਿਮਾਰੀ ਨੂੰ ਕੀ ਕਿਹਾ ਜਾਂਦਾ। ਇਸ ਤੋਂ ਅੱਗੇ ਆਉਂਦਾ ਅਨਾਟਮੀ ਆਫ ਹੈਲਥ ਐਡਮਿਨਿਸਟ੍ਰੇਸ਼ਨ। ਉਹ ਸੇਮ ਜਿਵੇਂ ਫਸਟ ਸਮੈਸਟਰ 'ਚ ਸੀਗਾ, ਉਹਦਾ ਐਡਵਾਂਸ ਲੈਵਲ ਹੁੰਦਾ। ਉਸ ਤੋਂ ਬਾਅਦ ਮੈਡੀਕਲ ਆਫਿਸ ਪ੍ਰੋਸੀਜਰਸ, ਜਿਹੜੀ ਚੀਜ਼ਾਂ ਤੁਸੀਂ ਕਰਨੀਆਂ ਨੇ ਉਹ ਸਾਰੀਆਂ ਤੁਹਾਨੂੰ ਵਾਸਟ ਤਰੀਕੇ ਨਾਲ ਕਵਰ ਕਰਾਉਂਦੇ ਨੇ। ਮੈਡੀਕਲ ਮਸ਼ੀਨ ਟਰਾਂਸਕ੍ਰਿਪਸ਼ਨ ਆਪਾਂ ਆਲਰੇਡੀ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ। ਤੁਹਾਨੂੰ ਦੱਸਣਗੇ ਕਿ ਕਿਵੇਂ ਤੁਸੀਂ ਰਿਕਾਰਡਿੰਗ ਨੂੰ ਟਾਈਪ ਕਰਨਾ, ਆਪਣੀ ਜਿਹੜੀ ਪੈਰ ਨਾਲ ਯੂਜ਼ ਹੁੰਦੀ ਆ ਉਹ ਮਸ਼ੀਨ ਨਾਲ। ਹੁਣ ਆਉਂਦੇ ਆਪਾਂ ਚੌਥੇ ਸਮੈਸਟਰ 'ਤੇ। ਚੌਥੇ ਸਮੈਸਟਰ 'ਚ ਤੁਹਾਡੇ ਕੋਲ ਕੋਅਪ ਵੀ ਹੁੰਦੀ ਆ ਅਤੇ ਤੁਹਾਡਾ ਕਾਲਜ ਵੀ ਲੱਗਦਾ। 2 ਦਿਨ ਕੋਅਪ ਹੁੰਦੀ ਆ, ਬਾਕੀ ਦਿਨ ਕਾਲਜ ਲੱਗਦਾ। ਇਹਦੇ 'ਚ ਕਿਹੜੇ ਚੀਜ਼ਾਂ ਕਵਰ ਹੁੰਦੀਆਂ ਨੇ। GNET ਹੁੰਦਾ ਜਿਹੜਾ ਕਿ ਹਰ ਸਮੈਸਟਰ 'ਚ ਤਕਰੀਬਨ ਆਇਆ ਹੀ ਆ। ਕੀਜ਼ ਹੁੰਦੀਆਂ ਨੇ। ਕੀਜ਼ ਫਿਰ ਤੋਂ ਤੁਹਾਨੂੰ ਉਹੀ ਕੀਬੋਰਡਿੰਗ ਐਡਵਾਂਸ ਲੈਵਲ। ਉਸ ਤੋਂ ਅੱਗੇ ਆਉਂਦੀ ਹੈ ਮੈਡੀਕਲ ਟਰਮੀਨੋਲੋਜੀ ਹੈ ਨਾ। ਫਿਰ ਤੋਂ ਤੁਹਾਨੂੰ ਮੈਡੀਕਲ ਟਰਮਸ ਦੱਸਦੇ ਨੇ, ਕਿਉਂਕਿ ਇੱਕ ਸਮੈਸਟਰ 'ਚ ਸਾਰੀ ਮੈਡੀਕਲ ਟਰਮਸ ਨੂੰ ਕਵਰ ਕਰਨਾ ਨਹੀਂ ਪੋਸੀਬਲ। ਇਸ ਕਰਕੇ ਫਿਰ ਤੋਂ ਤੁਹਾਨੂੰ ਦੁਬਾਰਾ ਮੈਡੀਕਲ ਟਰਮੀਨੋਲੋਜੀ ਲਾਸਟ ਸਮੈਸਟਰ 'ਚ ਆਉਂਦੀ ਆ। ਫਿਰ ਆਉਂਦਾ ਮੈਡੀਕਲ ਆਫਿਸ ਅਸਿਸਟੈਂਟ ਐਂਡ ਬਿਲਿੰਗ। ਇਹਦੇ ਵਿੱਚ ਤੁਹਾਨੂੰ ਜਿਹੜੇ ਮੈਂ ਸਟਾਰਟਿੰਗ 'ਚ ਦੱਸੇ ਸੀਗੇ ਕਿ ਬਿਲਿੰਗ ਉਹੀ ਹੋਵੇ ਤਾਂ ਕੋਡ ਵਗੈਰਾ ਯੂਜ਼ ਹੁੰਦੇ ਨੇ ਜਿਹੜੇ ਤੁਹਾਨੂੰ ਐਂਟਰ ਕਰਨੇ ਹੁੰਦੇ ਨੇ। ਉਹ ਸਾਰਾ ਤੁਹਾਨੂੰ ਦੱਸਿਆ ਜਾਂਦਾ ਕਿ ਕਿਵੇਂ ਐਂਟਰ ਕਰਨਾ, ਕਿਹੜਾ ਕੋਡ ਆਊਗਾ ਕਿਹੜੀ ਬਿਮਾਰੀ ਲਈ। ਹੁਣ ਇਹ ਬਹੁਤ ਸੈਂਸ ਵਾਲੀ ਗੱਲ ਆ ਹੈ ਨਾ ਕਿ ਜੇ ਤੁਹਾਨੂੰ ਤੁਹਾਡਾ ਕਾਲਜ ਅੰਟਾਰੀਓ ਦੇ ਟੌਪ ਹਸਪੀਟਲਸ ਵਿੱਚ ਐਕਸਪੀਰੀਅੰਸ ਦਿਵਾਉਣਾ ਚਾਹੁੰਦਾ ਤਾਂ ਉਹਦੇ ਲਈ ਤੁਹਾਡੇ ਵੀ ਕੁਝ ਐਫਰਟਸ ਹੋਣਗੇ। ਤਾਂ ਉਹ ਐਫਰਟਸ ਕੀ ਹੋਣੇ ਚਾਹੀਦੇ ਨੇ? ਤੁਹਾਡੇ ਕੋਲ ਆਹ ਚੀਜ਼ਾਂ ਨਹੀਂ ਹੈਗੀਆਂ, ਤੁਸੀਂ ਕੋਅਪ ਨਹੀਂ ਕਰ ਸਕਦੇ। ਕੋਅਪ ਤੋਂ ਬਿਨਾਂ ਤੁਸੀਂ ਕੋਰਸ ਨਹੀਂ ਪਾਸ ਕਰ ਸਕਦੇ। ਸੋ ਸ਼ਰਤ ਨੰਬਰ 1, ਪਹਿਲੇ 3 ਸਮੈਸਟਰਾਂ 'ਚ ਤੁਹਾਡੇ 17 ਵਿੱਚੋਂ 17 ਕੋਰਸ ਪਾਸ ਹੋਣੇ ਚਾਹੀਦੇ ਨੇ। ਤੁਸੀਂ ਇੱਕ ਵੀ ਕੋਰਸ 'ਚ ਫੇਲ ਨਾ ਹੋਏ ਹੋਵੋ। ਦੂਜੀ ਸ਼ਰਤ, ਤੁਹਾਡੀ ਓਵਰਆਲ GPA 2 ਤੋਂ ਉੱਤੇ ਹੋਣੀ ਚਾਹੀਦੀ ਆ। ਤੀਜੀ ਸ਼ਰਤ, ਜਿਹੜੀ ਆਪਾਂ ਇੰਗਲਿਸ਼ ਦੀ ਗੱਲ ਕੀਤੀ ਸੀ ਕੌਮ ਵਾਲੇ ਕੋਰਸਿਸ ਦੀ, ਕੌਮ ਵਾਲੇ ਕੋਰਸਿਸ 'ਚ ਤੁਹਾਡਾ C ਗ੍ਰੇਡ ਤੋਂ ਉੱਤੇ ਗ੍ਰੇਡ ਹੋਣਾ ਚਾਹੀਦਾ। ਤੇ ਚੌਥੀ ਤੇ ਲਾਸਟ ਸ਼ਰਤ ਹੁੰਦੀ ਆ ਕਿ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਜਿਵੇਂ ਆਪਾਂ ਇੰਟਰਨੈਸ਼ਨਲ ਸਟੂਡੈਂਟਸ, ਉਹਨਾਂ ਕੋਲ ਕੋਪ ਵਰਕ ਪਰਮਿਟ ਹੋਣਾ ਚਾਹੀਦਾ।
ਜੇ ਤੁਹਾਡੇ ਕੋਲ ਕਾਫੀ ਟਾਈਮ ਹੈਗਾ ਤੁਹਾਡੀ ਕੋਪ ਸਟਾਰਟ ਹੋਣ 'ਚ ਤਾਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ, ਤੁਹਾਡੇ ਘਰੇ ਆ ਜਾਊਗਾ। ਮੈਂ ਸਪੈਸ਼ਲ ਨਾਇਗਰਾ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਤੇ ਆਪਣਾ ਕੋਪ ਵਰਕ ਪਰਮਿਟ ਲੈਣ ਗਈ ਸੀ। ਉਹਦਾ ਵੀ ਇੱਕ ਅਲੱਗ ਪ੍ਰੋਸੀਜਰ ਹੁੰਦਾ ਤੇ ਇਹ ਪਲੇਸਮੈਂਟ 'ਚ ਤੁਸੀਂ 196 ਆਵਰਸ ਪੂਰੇ ਕਰਨੇ ਹੁੰਦੇ ਨੇ। ਜੇ ਤੁਸੀਂ ਨਹੀਂ ਕਰ ਪਾਉਂਦੇ ਫਿਰ ਤਾਂ ਤੁਸੀਂ ਕੋਰਸ ਨਹੀਂ ਪਾਸ ਕਰ ਸਕਦੇ। 3 ਮਹੀਨੇ ਦੀ ਕੋਪ ਹੁੰਦੀ ਆ, 2 ਦਿਨ ਕੋਪ ਲਈ ਹਸਪੀਟਲ ਜਾਣਾ ਹੁੰਦਾ ਤੇ ਬਾਕੀ ਦਿਨ ਤੁਹਾਡਾ ਕਾਲਜ ਲੱਗਦਾ। ਜਦੋਂ ਤੁਹਾਡਾ ਕੋਰਸ ਪੂਰਾ ਹੋ ਗਿਆ, ਤੁਸੀਂ ਪਾਸ ਹੋ ਗਏ, ਆਪਾਂ ਗੱਲ ਕਰਦੇ ਤੁਸੀਂ ਕੀ ਬਣ ਸਕਦੇ ਹੋ। ਠੀਕ ਹੈ, ਤੁਸੀਂ ਕਿਹੜੇ ਪ੍ਰੋਫੈਸ਼ਨ ਚੂਜ਼ ਕਰ ਸਕਦੇ ਹੋ। ਸਾਈਡ ਤੇ ਤੁਹਾਨੂੰ ਸ਼ੋ ਹੋ ਰਿਹਾ ਕਿ ਇਹ ਵਾਲੇ ਉਹ ਪ੍ਰੋਫੈਸ਼ਨਸ ਨੇ ਜਿਹੜੇ ਤੁਸੀਂ ਚੂਜ਼ ਕਰ ਸਕਦੇ ਹੋ, ਜਿਵੇਂ ਕਿ ਮੈਡੀਕਲ ਆਫਿਸ ਅਸਿਸਟੈਂਟ। ਉਸ ਤੋਂ ਇਲਾਵਾ ਤੁਸੀਂ ਮੈਡੀਕਲ ਰਿਸੈਪਸ਼ਨਿਸਟ ਬਣ ਸਕਦੇ ਹੋ, ਸਿਰਫ ਰਿਸੈਪਸ਼ਨ ਤੇ ਬਹਿਣਾ ਉਹ ਵੀ ਬਣ ਸਕਦੇ ਹੋ। ਤੇ ਤੁਸੀਂ ਆਫਿਸ ਐਡਮਿਨਿਸਟ੍ਰੇਟਰ ਬਣ ਸਕਦੇ ਹੋ, ਜੋ ਕਿ ਮੇਰੀ ਕਰੰਟ ਪੋਜੀਸ਼ਨ ਆ ਮੈਡੀਕਲ ਆਫਿਸ ਐਡਮਿਨਿਸਟ੍ਰੇਟਰ ਦੀ। ਉਸ ਤੋਂ ਇਲਾਵਾ ਤੁਸੀਂ ਮੈਡੀਕਲ ਆਫਿਸ ਮੈਨੇਜਰ ਬਣ ਸਕਦੇ ਹੋ। ਇਹ ਤੁਸੀਂ ਥੋੜਾ ਐਕਸਪੀਰੀਅੰਸ ਗੇਨ ਕਰਨ ਤੋਂ ਬਾਅਦ ਬਣ ਸਕਦੇ ਹੋ। ਹੁਣ ਜੇ ਮੈਂ PR ਹੋ ਜਾਂਦੀ ਹਾਂ, ਠੀਕ ਹੈ, ਤਾਂ ਇਸ ਤੋਂ ਬਾਅਦ ਜੇ ਮੈਂ ਸਟੱਡੀ ਕਰਨੀ ਚਾਹਾਂ ਤਾਂ ਉਹਦੇ ਵਿੱਚ ਵੀ ਮੈਨੂੰ ਇੱਕ ਬੈਨੀਫਿਟ ਆ। ਜੇ ਮੈਂ ਡਿਗਰੀ ਲੈਣੀ ਚਾਹਾਂ ਤਾਂ ਉਹਦੇ ਲਈ ਇੱਕ ਇਹਨਾਂ ਦਾ ਪਾਥਵੇ ਆ, ਜਿਹਦੇ ਥਰੂ ਤੁਸੀਂ ਡਿਪਲੋਮਾ ਕਰਕੇ ਤੁਹਾਨੂੰ ਸਟਾਰਟਿੰਗ ਤੋਂ ਡਿਗਰੀ ਸਟਾਰਟ ਕਰਨ ਦੀ ਜ਼ਰੂਰਤ ਨਹੀਂ। ਤੁਹਾਨੂੰ ਤੁਹਾਡੇ ਕ੍ਰੈਡਿਟਸ ਦੇ ਅਕੋਰਡਿੰਗ 19 ਸਮੈਸਟਰ ਛੱਡ ਕੇ ਅੱਗੇ ਰੱਖ ਲਿਆ ਜਾਂਦਾ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ, ਡਿਗਰੀ ਹੈ ਜਿਹੜੀ, ਜੇ 4 ਸਾਲ ਦੀ ਡਿਗਰੀ ਹੈ, ਮੈਨੂੰ 4 ਸਾਲ ਦੀ ਕੰਪਲੀਟ ਕਰਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਮੇਰੇ ਕ੍ਰੈਡਿਟਸ ਦੇ ਅਕੋਰਡਿੰਗ ਮੇਰੇ 70% ਤੋਂ ਉੱਤੇ ਮੇਰੇ ਡਿਪਲੋਮੇ 'ਚ ਹੈਗੇ ਨੇ ਪਰਸੈਂਟੇਜ। ਤਾਂ ਮੈਨੂੰ ਮੇਰੇ ਕ੍ਰੈਡਿਟਸ ਦੇ ਅਕੋਰਡਿੰਗ ਉਹ ਮੈਨੂੰ 4th ਸਮੈਸਟਰ ਤੋਂ ਬਾਅਦ 5th ਸਮੈਸਟਰ 'ਚ ਰੱਖਦੇ ਨੇ। ਸੋ ਜਿਵੇਂ ਕਿ ਉਹਦੇ ਨਾਲ ਕੀ ਹੁੰਦਾ ਕਿ ਮੇਰਾ 1 ਸਾਲ 4 ਮਹੀਨੇ ਡਿਗਰੀ ਦੇ ਬਚ ਜਾਂਦੇ ਨੇ, ਜਿਹਦੇ ਨਾਲ ਕੀ ਹੁੰਦਾ ਕਿ ਮੇਰੀ ਡਿਗਰੀ ਅਪਰੋਕਸੀਮੇਟਲੀ 2.5 ਸਾਲ ਦੀ ਰਹਿ ਜਾਂਦੀ ਆ, ਜੋ ਕਿ ਕਹਿ ਲਓ ਕਿ ਬਹੁਤ ਵੱਡਾ ਬੈਨੀਫਿਟ ਹੋ ਜਾਂਦਾ, ਬਹੁਤ ਟਾਈਮ ਬਚ ਜਾਂਦਾ। ਹੁਣ ਜੇ ਆਪਾਂ ਦੇਖੀਏ ਤੁਸੀਂ ਕਿੱਥੇ ਕੰਮ ਕਰ ਸਕਦੇ ਹੋ, ਤੁਸੀਂ ਹਸਪੀਟਲ 'ਚ ਜੌਬ ਕਰ ਸਕਦੇ ਹੋ, ਤੁਸੀਂ ਕਿਸੇ ਮੈਡੀਕਲ ਕਲੀਨਿਕ 'ਚ ਜੌਬ ਕਰ ਸਕਦੇ ਹੋ, ਤੁਸੀਂ ਡੈਂਟਲ ਕਲੀਨਿਕ 'ਚ ਵੀ ਜੌਬ ਕਰ ਸਕਦੇ ਹੋ, ਤੁਸੀਂ ਕਿਸੇ ਕਾਇਰੋਪ੍ਰੈਕਟਰ ਕਲੀਨਿਕ 'ਚ ਵੀ ਕੰਮ ਕਰ ਸਕਦੇ ਹੋ। ਤੁਹਾਨੂੰ ਐਨੀਮਲਸ ਵਧੀਆ ਲੱਗਦੇ ਨੇ, ਤੁਸੀਂ ਐਨੀਮਲਸ ਵਾਲੇ ਕਲੀਨਿਕ 'ਚ ਵੀ ਕੰਮ ਕਰ ਸਕਦੇ ਹੋ। ਤੁਸੀਂ ਹੈਲਥ ਕੇਅਰ ਰਿਲੇਟਡ ਕੋਈ ਵੀ ਜਿਹੜੇ ਆਫਿਸ ਹੁੰਦੇ ਨੇ, ਗਵਰਨਮੈਂਟ ਆਫਿਸ ਹੁੰਦੇ ਨੇ, ਤੁਸੀਂ ਉੱਥੇ ਜੌਬ ਕਰ ਸਕਦੇ ਹੋ। ਆਪਾਂ $14,000 ਅਪਰੋਕਸੀਮੇਟਲੀ ਦੇਣਾ ਹੁੰਦਾ ਸਾਲ ਦਾ। ਇਸ ਤੋਂ ਇਲਾਵਾ ਥੋੜੀ ਜਿਹੀ ਇਹਨਾਂ ਦੀ ਆਪਣੀ ਐਕਸਟਰਾ ਫੀਸ ਹੋ ਜਾਂਦੀ ਆ ਤੇ ਕੁੱਲ ਮਿਲਾ ਕੇ ਤੁਹਾਡੀ ਫੀਸ 16,000 ਬਣਦੀ ਹੁੰਦੀ ਹੈ ਸਾਲ ਦੀ, ਤੁਹਾਨੂੰ ਉਹ ਭਰਨੀ ਹੁੰਦੀ ਆ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਐਵੇਂ ਦਾ ਹੀ ਹੋਰ ਯੂਜ਼ਫੁਲ ਕੰਟੈਂਟ ਆਉਂਦਾ ਰਹੂਗਾ। ਜੇ ਤੁਸੀਂ ਹਜੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਕਰ ਲਓ, ਕਿਉਂਕਿ ਐਵੇਂ ਦੀਆਂ ਵੀਡੀਓਜ਼ ਆਉਂਦੀਆਂ ਰਹਿਣੀਆਂ।